एनआरएचएम एम्प्लॉय एसोसिएशन की ओर से प्रधान पंकज के नेतृत्व में एक दिवसीय काम छोड़ो हड़ताल का आयोजन अपनी मांगों को लेकर किया गया। इस मौके पर उन्होंने कहा कि जब कोरोना का पहला चरण था तो उन्हें सरकार की ओर से ये भरोसा दिलाया गया था कि वो कोरोना मरीजों की सेवार्थ यहाँ भर्ती किए गए हैं और जैसे ही कोरोना काल खत्म होगा उन्हें स्थायी कर दिया जाएगा। साथ ही स्थायी कर्मचारियों की तरह ही उन्हें अन्य सुविधाएं भी दी जाएगी। लेकिन उन्होंने कहा कि पहला चरण उन्होंने अपनी जान को हथेली पे रख करके बिताया और जबकि अब दुर्भाग्यवश कोरोना का दूसरा चरण भी शुरू हो गया है और वो उसी तरह अपनी सेवाएं दे रहे हैं, लेकिन सरकार की ओर से या फिर विभाग की ओर से उन्हें किसी भी प्रकार की कोई सुविधा नहीं दी है। उन्होंने कहा कि ये जोखिम भरा काम है। यहाँ वो रात दिन कोरोना मरीजों की सेवा में जुटे हुए हैं, जिनके कारण आज कोरोना के मरीज जो है स्वास्थ्य लाभ प्राप्त कर रहे हैं, लेकिन सरकार की ओर से उन्हें किसी भी प्रकार का कोई लाभ नहीं मिल रहा है और अगर जल्द ही सरकार ने उनके बारे में नहीं सोचा तो वो अपने इस संघर्ष को इसी तरह से जारी रखेंगे। एनआरएचएम सारे यूनियन कर्मचारियों वालों लगाया गया है। पूरे स्टेट 'ਚ तकरीबन 9000 ਦੇ ਕਰੀਬ एनएचएम कर्मचारी ਹੈਗੇ ਆ ਜਿਹੜੇ ਕੋਵਿਡ ਜਦੋਂ ਸਟਾਰਟ ਹੋਇਆ ਸੀ ਡੇ 1 ਤੋਂ ਆਪਣੀ ਸੇਵਾਵਾਂ ਦੇ ਰਹੇ ਆ ਸਰਕਾਰ ਨੂੰ। ਸਰਕਾਰ ਦਾ ਪਹਿਲਾ ਵਾਅਦਾ ਸੀ ਜਦੋਂ ਆਪਾਂ ਇੱਕ ਦਿਨ ਦੀ ਸਟ੍ਰਾਈਕ ਕੀਤੀ ਸੀ ਕਿ ਤੁਹਾਨੂੰ ਪੱਕਾ ਕੀਤਾ ਜਾਏਗਾ, ਥੋੜਾ ਟਾਈਮ ਦਿਓ। ਅਸੀਂ ਟਾਈਮ ਦਿੱਤਾ, ਉਹ ਟਾਈਮ ਪੂਰਾ ਹੋਏ ਵੀ 6 ਮਹੀਨੇ ਤੋਂ ਉੱਪਰ ਹੋ ਗਿਆ। 50% ਤੋਂ ਜ਼ਿਆਦਾ ਜਿਹੜੇ ਕਰਮਚਾਰੀ ਹੈ ਖੁਦ ਸੇਵਾਵਾਂ ਦਿੰਦੇ ਹੋਏ ਕੰਮ ਕਰਦੇ ਹੋਏ ਪੋਜ਼ਿਟਿਵ ਹੋਏ ਆ ਤੇ ਕਈਆਂ ਦੀ ਜਾਨੀ ਨੁਕਸਾਨ ਵੀ ਹੋਇਆ ਕਈਆਂ ਦੀ ਫੈਮਿਲੀ 'ਚ। ਪਰ ਸਰਕਾਰ ਤੇ ਇਹਨਾਂ ਚੀਜ਼ਾਂ ਦਾ ਕੋਈ ਅਸਰ ਨਹੀਂ ਹੋ ਰਿਹਾ। ਹੁਣ ਸੈਕਿੰਡ ਫੇਜ਼ ਵੀ ਸ਼ੁਰੂ ਹੋ ਗਈ ਹੈ ਜਿਹੜੀ ਹੋਰ ਡੇਂਜਰਸ ਹੈ। ਇਸ ਫੇਜ਼ 'ਚ ਵੀ ਜਿਹੜੇ ਹੈਗੇ ਆ ਐਨਆਰਐਚਐਮ ਕਰਮਚਾਰੀ ਹੀ ਕੰਮ ਕਰ ਰਹੇ ਆ ਔਰ ਪੂਰਾ ਟਾਈਮ ਤੋਂ ਵੱਧ ਕੰਮ ਕਰ ਰਹੇ ਆ। 10-10 ਵਜੇ ਤੱਕ ਡਿਊਟੀਆਂ ਦੇਣੀਆਂ ਪੈ ਰਹੀਆਂ। ਉਹਨਾਂ 'ਚੋਂ ਜ਼ਿਆਦਾਤਰ ਫੀਮੇਲ ਵੀ ਹੈਗੇ। ਹੁਣ ਤੁਸੀਂ ਨਰੋੜ ਜੈਮਲ ਸਿੰਘ ਵਾਲਾ ਏਰੀਆ ਦੇਖੋਗੇ ਤਾਂ 85% ਜਿਹੜਾ ਫੀਮੇਲ ਸਟਾਫ ਐਨਐਚਐਮ ਉਹ ਡਿਊਟੀ ਦੇ ਰਿਹਾ। ਅਤੇ ਸਾਡੀ ਮੰਗ ਸਰਕਾਰ ਇਹੀ ਹੈ ਕਿ ਸਾਨੂੰ ਪੱਕਾ ਕੀਤਾ ਜਾਵੇ ਤੇ ਨਹੀਂ ਤੇ ਸਾਡੀ ਸਟ੍ਰਾਈਕ ਅੱਗੇ ਜਾਰੀ ਰਹੇਗੀ। ਸਰਕਾਰ ਵੱਲੋਂ ਤਾਂ ਕਿਹਾ ਜਾ ਰਿਹਾ ਕਿ ਜੇਕਰ ਹੈਲਥ ਵਰਕਰ ਸਟ੍ਰਾਈਕ ਕਰਨਗੇ ਤਾਂ ਉਹਨਾਂ ਨੂੰ ਨੌਕਰੀ ਤੋਂ ਕੱਢਤਾ ਜੀ। ਤਿਆਰ ਆ ਸਰ ਇਸ ਚੀਜ਼ ਲਈ ਆਪਾਂ, ਬਿਕੋਜ਼ ਇਹ ਹੁਣ ਬਹੁਤ ਵਾਰ ਹੋ ਚੁੱਕਿਆ ਹੈ। ਅੱਜ ਸਾਡੇ ਜ਼ਿਲ੍ਹਾ ਪਠਾਨਕੋਟ ਦੇ ਪ੍ਰਧਾਨ ਪੰਕਜ ਜੀ ਦੀ ਅਧਿਕਸ਼ਤਾ ਦੇ ਵਿੱਚ ਸਾਰਾ ਜ਼ਿਲ੍ਹਾ ਪਠਾਨਕੋਟ ਦੇ ਜਿਹੜੇ ਐਨਐਚਐਮ ਦੇ ਇੰਪਲਾਈਜ਼ ਹੈ ਉਹ ਅੱਜ ਜ਼ਿਲ੍ਹਾ ਪੱਧਰ ਦੇ ਉੱਤੇ ਔਰ ਆਪਣੇ ਆਪਣੇ ਬਲਾਕ ਲੈਵਲ ਦੇ ਉੱਤੇ ਸਟ੍ਰਾਈਕ ਕਰਕੇ ਬੈਠੇ ਹੋਏ ਹੈ। ਸਾਡੀ ਸਾਰਿਆਂ ਦੀ ਮੰਗ ਇਹ ਹੈ ਕਿ ਪਿਛਲੇ ਅਸੀਂ ਲਗਭਗ ਕੋਈ 12 ਸਾਲ ਤੋਂ 15 ਸਾਲਾਂ ਤੋਂ ਬਹੁਤ ਹੀ ਘੱਟ ਤਨਖਾਹਾਂ ਦੇ ਉੱਤੇ ਕੰਮ ਕਰ ਰਹੇ ਹਾਂ। ਸਾਨੂੰ ਅੱਜ 12 ਸਾਲ ਹੋ ਗਏ ਲੱਗੇ ਨੂੰ, ਪਰ ਸਰਕਾਰ ਨੇ ਕੋਈ ਵੀ ਜਿਹੜੀ ਸਰਕਾਰ ਹੈ, ਚਾਹੇ ਬਾਦਲ ਸਰਕਾਰ ਹੈ ਚਾਹੇ ਕੈਪਟਨ ਸਰਕਾਰ ਹੈ, ਹਮੇਸ਼ਾ ਸਰਕਾਰ ਜਦੋਂ ਬਣਦੀ ਉਦੋਂ ਇਹੀ ਕਹਿੰਦੀ ਹੈ ਕਿ ਵੀ ਅਸੀਂ ਤੁਹਾਨੂੰ ਪੱਕੇ ਕਰਾਂਗੇ। ਪਰ ਸਾਨੂੰ ਅੱਜ ਦਿਨ ਤੱਕ ਕਦੀ ਵੀ ਕਿਸੇ ਨੇ ਵੀ ਪੱਕਾ ਨਹੀਂ ਕੀਤਾ। ਲਾਸਟ ਈਅਰ ਸਾਡੇ ਸਿਹਤ ਮੰਤਰੀ ਜੀ ਨੇ ਕਿਹਾ ਸੀ ਕਿ ਵੀ ਤੁਸੀਂ ਕਰੋਨਾ ਦੀ ਜੰਗ ਜਿੱਤ ਕੇ ਸਾਨੂੰ ਦੱਸੋ ਤੇ ਅਸੀਂ ਤੁਹਾਨੂੰ ਪੱਕੇ ਕਰ ਦਿਆਂਗੇ। ਜਦੋਂ ਅਸੀਂ ਲਾਸਟ ਟਾਈਮ ਵੀ ਸਾਡੇ ਸਾਰੇ ਭੈਣ ਭਰਾਵਾਂ ਨੇ ਰਲ ਮਿਲ ਕੇ ਤੇ ਕਰੋਨਾ ਦੀ ਜੰਗ ਨੂੰ ਜਿੱਤਣ ਦੇ ਵਿੱਚ ਬਹੁਤ ਜ਼ਿਆਦਾ ਸਹਿਯੋਗ ਕੀਤਾ, ਪਰ ਫਿਰ ਵੀ ਮੰਤਰੀ ਸਾਹਿਬ ਨੇ ਸਾਨੂੰ ਕੋਈ ਵੀ ਪੱਕਾ ਨਹੀਂ ਕੀਤਾ। ਸਾਡਾ ਕੋਈ ਦਿਲ ਨਹੀਂ ਕਰਦਾ ਵੀ ਅਸੀਂ ਸਟ੍ਰਾਈਕ ਕਰੀਏ। ਇਸ ਮਹਾਮਾਰੀ ਦੇ ਯੁੱਧ ਵਿੱਚ ਅਸੀਂ ਆਪਣਾ ਕੰਮ ਬੰਦ ਕਰਕੇ ਬੈਠੀਏ, ਪਰ ਸਾਨੂੰ ਸਰਕਾਰ ਨੇ ਅੱਜ ਮਜਬੂਰ ਕੀਤਾ। ਅਸੀਂ ਸਰਕਾਰ ਨੂੰ ਇਹ ਚੇਤਾਵਨੀ ਦੇ ਰਹੇ ਹਾਂ ਵੀ ਅੱਜ ਦੀ ਅਸੀਂ ਇੱਕ ਦਿਨ ਦੀ ਸਟ੍ਰਾਈਕ ਕੀਤੀ ਹੈ ਅਤੇ ਸਾਰਾ ਦਾ ਸਾਰਾ ਸਿਸਟਮ ਜਿਹੜਾ ਹਿੱਲ ਗਿਆ। ਅੱਜ ਵੀ KFC ਸਕੂਲ ਦੇ ਵਿੱਚ ਵੈਕਸੀਨੇਸ਼ਨ ਦੀ ਟੀਮ ਨਹੀਂ ਪਹੁੰਚੀ। ਉੱਥੋਂ ਬਾਰ-ਬਾਰ ਫੋਨ ਆਉਣੇ ਸ਼ੁਰੂ ਹੋ ਗਏ ਹੈ ਵੀ ਜਿਹੜਾ ਪਰਮਾਨੈਂਟ ਵੈਕਸੀਨੇਸ਼ਨ ਦਾ ਕੰਮ ਚੱਲਦਾ ਪਿਆ ਉਹ ਪ੍ਰਭਾਵਿਤ ਹੋ ਰਿਹਾ। ਇਹ ਸਾਰੇ ਦੇ ਸਾਰੇ ਜਿਹੜੇ ਐਨਐਚਐਮ ਦੇ ਮੁਲਾਜ਼ਮ ਹੈ, ਇਹ ਸਾਰੇ ਵੈਕਸੀਨੇਸ਼ਨ ਦੀ ਡਰਾਈਵ ਨੂੰ, ਸਾਰੇ RT-PCR ਦੀ ਜਿਹੜੀ ਟੈਸਟਿੰਗ ਦੀ ਹੈ, ਚਾਹੇ ਉਹ ਰੈਪਿਡ ਹੈ ਚਾਹੇ ਕੋਵਿਡ ਦੇ ਆਈਸੋਲੇਸ਼ਨ ਵਾਰਡ ਦੇ ਵਿੱਚ ਸਾਰੇ ਦੇ ਸਾਰੇ ਜਿਹੜੇ ਬੱਚੇ ਹੈ, ਇਹ ਸਾਰੇ ਦੇ ਸਾਰੇ ਕੰਟਰੈਕਟ ਉੱਤੇ ਹੀ ਕੰਮ ਕਰਦੇ ਪਏ ਆ ਔਰ ਆਪਣੀ ਜਾਨ ਹਥੇਲੀ 'ਤੇ ਰੱਖ ਕੇ ਲੋਕਾਂ ਦੀ ਸੇਵਾ ਕਰਦੇ ਪਏ। ਅਸੀਂ ਸਰਕਾਰ ਦੇ ਅੱਗੇ ਇੱਕੋ ਮੰਗ ਕਰਦੇ ਹਾਂ ਵੀ ਇਹਨਾਂ ਨੂੰ ਤੁਰੰਤ ਪ੍ਰਭਾਵ ਤੋਂ ਇਹਨਾਂ ਨੂੰ ਪੱਕਾ ਕੀਤਾ ਜਾਏ। ਥੈਂਕ ਯੂ। ਦੇਖੋ ਜੀ, ਇਹ ਜਿਹੜੀ ਹੁਣ ਲੜਾਈ ਹੈ ਇਹ ਤੇ ਅਸੀਂ ਘਰੋਂ ਹੀ ਸੋਚ ਕੇ ਨਿਕਲੇ ਹਾਂ ਵੀ ਇਹ ਕਰੋ ਜਾਂ ਡੂ ਐਂਡ ਡਾਈ ਦੀ ਲੜਾਈ ਹੈ, ਕਰੋ ਜਾਂ ਮਰੋ। ਕਿਉਂਕਿ ਸਾਨੂੰ ਹੁਣ ਥੋੜਾ ਨਹੀਂ ਬਹੁਤ ਜ਼ਿਆਦਾ ਟਾਈਮ ਹੋ ਗਿਆ। ਸਬਰ ਦੀ ਇੱਕ ਹੱਦ ਹੁੰਦੀ ਹੈ, ਸਬਰ ਗਿਆ ਟੁੱਟ। ਤੇ ਹੁਣ ਤਾਂ ਸਾਨੂੰ ਇਹੀ ਹੈ ਕਿ ਜਾਂ ਸਰਕਾਰ ਸਾਨੂੰ ਕੁਝ ਦੇ ਦੇ ਤੇ ਨਹੀਂ ਤਾਂ ਸਾਨੂੰ ਫਿਰ ਸਾਡੀ ਤਾਂ ਹੱਦ ਹੋ ਚੁੱਕੀ ਹੈ। ਜਾਂ ਤਾਂ ਸਾਨੂੰ ਅਸੀਂ ਇੱਕ ਪਾਸੇ ਲੱਗ ਜਾਈਏ ਕਿ ਹਾਂ ਜੀ ਸਾਨੂੰ ਸਰਕਾਰ ਨੇ ਕੱਢ ਦਿੱਤਾ। ਅਸੀਂ ਹੁਣ ਇਸ ਚੀਜ਼ ਦਾ ਜਿਹੜਾ ਖੌਫ ਹੈ ਦਿਲ 'ਚੋਂ ਕੱਢ ਦਿੱਤਾ ਕਿ ਸਰਕਾਰ ਸਾਨੂੰ ਕੱਢੇਗੀ। ਔਰ ਸਾਨੂੰ ਪਤਾ ਕਿ ਸਰਕਾਰ ਕੋਲ ਕਿੰਨਾ ਕੁ ਸਟਾਫ ਹੈਗਾ ਆ, ਕਿੰਨੀਆਂ ਕਿ ਸਟਾਫ ਨਰਸਿਸ ਹੈ, ਕਿੰਨਾ ਕੁ ਬਾਕੀ ਸਟਾਫ ਹੈਗਾ ਆ।
ਇਹ ਸਾਨੂੰ ਸਭ ਪਤਾ ਆ। ਅਸੀਂ ਕਿਉਂਕਿ ਡਬਲ ਟ੍ਰਿਪਲ ਹਰ ਇੱਕ ਡਿਊਟੀ ਕਰਦੇ ਪਏ ਆ, ਸਵੇਰ ਤੋਂ ਲੈ ਕੇ ਰਾਤ 10-10 ਵਜੇ ਤੱਕ ਡਿਊਟੀ ਹੋ ਰਹੀਆਂ। ਜੇ ਸਟਾਫ ਪੂਰਾ ਹੋਵੇ ਤੇ ਫਿਰ ਇੰਨੀ ਜ਼ਿਆਦਾ ਉਹ ਡਿਊਟੀ ਨਾ ਲਈ ਜਾਏ ਸਾਡੇ ਤੋਂ, ਹੈ ਨਾ। ਉਹ ਸਾਨੂੰ ਪਤਾ ਹੀ ਹੈ ਕਿ ਸਟਾਫ ਆਲਰੇਡੀ ਘੱਟ ਹੈ। ਇਹ ਸਰਕਾਰ ਦੀਆਂ ਸਿਰਫ ਧਮਕੀਆਂ ਹੀ ਹੈ।